Welcome to everyone. Study Hub by BS Thakur. Classes ਇਹ ਕਲਾਸ ਰਹੇਗੀ ਸੀਟੈਟ ਪੀਟੈਟ ਦੇ ਵਿੱਚ ਜਿਹੜਾ ਸਾਈਕੋਲੋਜੀ ਪੈਡਾਗੋਗੀ ਦਾ ਜਿਹੜਾ ਟੌਪਿਕ ਹੈਗਾ ਉਹ ਕਵਰ ਕਰਾਂਗੇ ਆਪਾਂ। ਸਟੂਡੈਂਟ ਦੇਖਦੇ ਹਾਂ ਆਪਾਂ ਅੱਜ ਦਾ ਟੌਪਿਕ ਦਾ ਨਾਮ ਹੈ ਗਿਲਫੋਰਡ ਦਾ ਥਿਊਰੀ ਆਫ ਇੰਟੈਲੀਜੈਂਸ ਮਾਡਲ ਔਰ ਇਹਨੂੰ ਕੀ ਕਹਿੰਦੇ ਹੈਗੇ ਆ। ਦੂਸਰਾ ਨਾਮ ਹੈ 3D ਮਾਡਲ, 3 ਡਾਇਮੈਂਸ਼ਨਲ ਮਾਡਲ। ਅਗਰ ਪੇਪਰ ਚ ਆ ਜਾਏ ਕਿ ਗਿਲਫੋਰਡ ਦੇ ਮਾਡਲ ਦਾ ਨਾਮ ਕੀ ਹੈ, ਉਹ ਸਟੂਡੈਂਟ ਹੈਗਾ ਥਿਊਰੀ ਆਫ ਇੰਟੈਲੀਜੈਂਸ ਜਾਂ 3 ਡਾਇਮੈਂਸ਼ਨਲ ਮਾਡਲ। और ਇਹਦਾ ਨਾਮ ਇੱਕ ਹੋਰ ਹੈ ਸਟਰਕਚਰ ਆਫ ਇੰਟੈਲੈਕਟ, SOI। ਅਗਰ ਪੇਪਰ ਚ ਆ ਜਾਏ SOI ਦੀ ਫੁੱਲ ਫਾਰਮ that is structure of intellect. This theory states that person's success in general intelligence may be traced all the way back to fundamental mental talents or intellect elements। और ਇਹਦੇ ਵਿੱਚ ਕਿੰਨੇ ਸਭ ਜਿਹੜੇ ਹੈਗੀਆਂ ਮੈਂਟਲ ਕੈਪੈਸਿਟੀਜ਼ ਦੇ ਉੱਪਰ ਗੱਲ ਹੋਣੀ ਹੈ ਬੱਚੇ, ਉਹ ਹੈ 180। ਔਰ ਅਗਰ ਆ ਜਾਏ ਇਹਦੇ ਕੰਪੋਨੈਂਟ ਕਿੰਨੇ ਹੈਗੇ ਆ, ਉਹ ਹੈਗੇ ਬੱਚੇ 3 1 2 3। ਸਾਰਾ ਆਪਾਂ ਡਿਟੇਲ ਚ ਕਰਾਂਗੇ, ਕੋਈ ਗੱਲ ਨਹੀਂ। ਮੈਂ ਦੁਬਾਰਾ ਰਿਪੀਟ ਕਰਦਾ, ਅਗਰ ਪੁੱਛਿਆ ਜਾਏ ਕਿ ਗਿਲਫੋਰਡ ਦਾ ਮਾਡਲ ਜਿਹੜਾ ਹੈਗਾ ਉਹਦੇ ਕਿੰਨੇ ਕੰਪੋਨੈਂਟ ਹੈ, ਉਹ 3 ਹੈਗੇ ਆ। ਅਗਰ ਪੁੱਛਿਆ ਜਾਏਗਾ ਗਿਲਫੋਰਡ ਦੇ ਮਾਡਲ ਵਿੱਚ ਕਿੰਨੀਆਂ ਮੈਂਟਲ ਐਬਿਲਿਟੀਜ਼ ਹੈਗੀਆਂ, ਮੈਂਟਲ ਕੈਪੈਸਿਟੀਜ਼ ਹੈਗੀਆਂ, ਤੇ ਉਹ ਹੈਗੀਆਂ 180। ਇਹਨੂੰ 6x5x6 ਮਾਡਲ ਵੀ ਕਹਿੰਦੇ ਆ, ਉਹ ਵੀ ਆਪਾਂ ਦੱਸਾਂਗੇ ਕਿਉਂ ਕਹਿੰਦੇ ਆ। ਔਰ ਅਗਰ ਨੈਕਸਟ ਅਗਰ ਪੁੱਛਿਆ ਜਾਂਦਾ ਸਟੂਡੈਂਟ ਅਗਰ ਕਿ ਇਹਦੇ ਜਿਹੜੇ 3 ਕੰਪੋਨੈਂਟ ਉਹ ਕਿਹੜੇ ਆ, ਵੈਰੀ ਇੰਪੋਰਟੈਂਟ, ਆਪਰੇਸ਼ਨਸ, ਕੰਟੈਂਟ ਤੇ ਪ੍ਰੋਡਕਟ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਬੜੀਆਂ ਛੋਟੀ ਛੋਟੀਆਂ ਜਿਹੜੀਆਂ ਕੁਐਸਚਨ ਜਿਹੜਾ ਹੈਗਾ ਫਰੇਮ ਹੋ ਜਾਂਦਾ। ਜਿਸ ਤਰ੍ਹਾਂ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ ਗਿਲਫੋਰਡ ਦੇ ਮਾਡਲ ਦੇ ਅਕੋਰਡਿੰਗਲੀ ਕਿਹੜਾ ਕੰਪੋਨੈਂਟ ਨਹੀਂ ਹੈ। ਆਨਸਰ ਦੇ ਵਿੱਚ ਆਪਰੇਸ਼ਨ ਵੀ ਹੋਏਗਾ, ਕੰਟੈਂਟ ਵੀ ਹੋਏਗਾ ਤੇ ਪ੍ਰੋਡਕਟ ਵੀ ਹੋਏਗਾ। ਮੰਨ ਲਓ ਚੌਥਾ ਉਹ ਪਾ ਦੇਣਗੇ ਸਿਮਿਟਰੀ ਪਾ ਦੇਣਗੇ, एनवायरमेंट ਪਾ ਦੇਣਗੇ, ਤਾਂ ਆਨਸਰ ਕੀ ਹੋ ਜਾਏਗਾ ਸਿਮਿਟਰੀ ਜਾਂ एनवायरमेंट। ਇਹ ਚੀਜ਼ ਨੂੰ ਤੁਸੀਂ ਸਟੂਡੈਂਟ ਦੇਖਣਾ ਹੈਗਾ ਬੜੇ ਗੌਰ ਦੇ ਨਾਲ। ਪੰਜਾਬੀ ਵਿੱਚ ਨਾਲ ਹੀ ਲਿਖਿਆ ਹੈ ਗਿਲਫੋਰਡ ਦੀ ਬੁੱਧੀ ਦਾ ਢਾਂਚਾ ਸਿਧਾਂਤ, ਜਿਸ ਵਿੱਚ ਉਸਨੇ 180 ਵੱਖ-ਵੱਖ ਮਾਨਸਿਕ ਸਮਰੱਥਾ ਬਾਰੇ ਦੱਸਿਆ ਹੈ ਅਤੇ ਇਹਨਾਂ ਨੂੰ 3 ਮਾਡਲਾਂ ਵਿੱਚ ਦੱਸਿਆ ਹੈ: ਸੰਚਾਲਨ, ਸਮੱਗਰੀ ਤੇ ਉਤਪਾਦ, ਆਪਰੇਸ਼ਨ, ਕੰਟੈਂਟ ਤੇ ਪ੍ਰੋਡਕਟ। ਅਗਲੀ ਸਲਾਈਡ ਤੇ ਆਪਾਂ ਜਾਂਦੇ ਹਾਂ। ਇਹ ਹੈਗਾ ਸਟੂਡੈਂਟ ਗਿਲਫੋਰਡ ਦਾ ਜਿਹੜਾ ਮਾਡਲ ਹੈ, ਉਹਨੂੰ ਮੈਂ ਥੋੜਾ ਜਿਹਾ ਤੁਹਾਨੂੰ ਸਕਰੀਨ ਤੇ ਦੱਸਦਾ। ਦੇਖੋ ਸਟੂਡੈਂਟ, ਆਪਰੇਸ਼ਨ, ਪ੍ਰੋਡਕਟ ਤੇ ਕੰਟੈਂਟ ਹੁਣੇ ਤੁਹਾਨੂੰ ਮੈਂ ਦੱਸਿਆ। ਆਪਰੇਸ਼ਨ ਦੇ ਵਿੱਚ ਜਿਹੜੇ ਪਾਰਟਸ ਹੈਗੇ ਆ ਉਹ ਤੁਸੀਂ ਦੇਖਣੇ ਆ, ਮੈਂ ਨਾਲ ਨਾਲ ਜ਼ੂਮ ਕਰੀ ਜਾਣਾ, ਤੁਹਾਨੂੰ ਦੱਸ ਜਾਣਾ। ਆਪਣੇ ਗੌਰ ਨਾਲ ਦੇਖਿਓ, ਤੁਹਾਨੂੰ ਪੇਪਰ 'ਚ ਆ ਸਕਦੇ ਹੈਗੇ। ਆਪਰੇਸ਼ਨ ਦੇ ਵਿੱਚ ਸਭ ਪਾਰਟ ਆ ਸਕਦੇ ਪੇਪਰ ਦੇ ਵਿੱਚ। ਕੋਗਨੀਸ਼ਨ ਹੁੰਦੀ ਹੈ, ਮੈਮਰੀ ਹੁੰਦੀ ਹੈ, ਕਨਵਰਜੈਂਟ ਪ੍ਰੋਡਕਸ਼ਨ ਹੁੰਦੀ ਹੈ, ਡਾਈਵਰਜੈਂਟ ਪ੍ਰੋਡਕਸ਼ਨ ਹੁੰਦੀ ਹੈ, ਇਵੈਲੂਏਸ਼ਨ ਹੁੰਦੀ ਹੈ। ਠੀਕ, ਮੈਂ ਕਹਿ ਰਿਹਾ ਕੁਐਸਚਨ ਬੜੀ ਤਰ੍ਹਾਂ ਦੇ ਆਉਂਦੇ ਹੈਗੇ ਆ ਛੋਟੇ ਛੋਟੇ ਕਰਕੇ। ਆਪਰੇਸ਼ਨਸ ਦੇ ਵਿੱਚ ਤੁਸੀਂ ਜਿਹੜੇ ਇਹਦੇ 5 ਪਾਰਟ ਹੈਗੇ ਆ, ਮੈਂ ਤੁਹਾਨੂੰ ਹੁਣੇ ਦੱਸਿਆ ਸੀ ਕਿ 6x5x5 ਮਾਡਲ ਵੀ ਕਹਿੰਦੇ ਆ, 6 ਮਾਡਲ ਇਹਨੂੰ ਕਿਹਾ ਜਾਂਦਾ ਹੈਗਾ। ਤੇ ਆਪਾਂ ਇਹਨੂੰ ਸਾਰਾ ਡਿਟੇਲ ਚ ਕਰਦੇ ਹਾਂ। ਪਹਿਲੇ ਆਂਦਾ ਹੈਗਾ ਕੋਗਨੀਸ਼ਨ, ਫਿਰ ਆਂਦੀ ਮੈਮੋਰੀ, ਫਿਰ ਆਂਦੀ ਕਨਵਰਜੈਂਟ ਪ੍ਰੋਡਕਸ਼ਨ, ਡਾਈਵਰਜੈਂਟ ਪ੍ਰੋਡਕਸ਼ਨ ਤੇ ਇਵੈਲੂਏਸ਼ਨ। ਦੂਸਰਾ ਆਂਦਾ ਸਟੂਡੈਂਟ ਉਸ ਤੋਂ ਬਾਅਦ ਪ੍ਰੋਡਕਟ। ਪ੍ਰੋਡਕਟ ਦੇ ਕਿਹੜੇ ਕਿਹੜੇ ਭਾਗ ਹੈਗੇ ਆ, ਯੂਨਿਟ, ਕਲਾਸਿਸ, ਰਿਲੇਸ਼ਨ, ਸਿਸਟਮਸ, ਟਰਾਂਸਫੋਰਮੇਸ਼ਨ ਤੇ ਇੰਪਲੀਕੇਸ਼ਨ। ਇਹ ਹੈਗੇ ਪ੍ਰੋਡਕਟ ਦੇ ਭਾਗ। ਉਸ ਤੋਂ ਅੱਗੇ ਚੱਲਦੇ ਆ, ਨੈਕਸਟ ਦੇਖੋ ਕੀ ਹੈਗਾ, that is ਕੰਟੈਂਟ ਕੀ ਹੈਗਾ ਇਹਦਾ। ਵਿਜ਼ੂਅਲ ਹੁੰਦਾ, ਆਡੀਟਰੀ, ਸਿੰਬੋਲਿਕ, ਸਿਮੈਂਟਿਕ ਤੇ ਬਿਹੇਵੀਅਰਲ। ਇਹ ਚੀਜ਼ ਜਿਹੜੀ ਨੋਟ ਕਰਨੀ ਤੁਸੀਂ। ਸਟੂਡੈਂਟ ਗੱਲ ਕਰਦੇ ਹੈਗੇ
ਕੰਟੈਂਟ ਵਿੱਚ ਕਿਹੜੀ ਕਿਹੜੀ ਚੀਜ਼ ਹੈ? ਵਿਜ਼ੂਅਲ, ਆਡੀਟਰੀ, ਸਿੰਬੋਲਿਕ, ਸਿਮੈਂਟਿਕ, ਬਿਹੇਵੀਅਰਲ। ਆ ਵੀ ਤੁਸੀਂ ਯਾਦ ਰੱਖਣੇ ਆ। ਇਹ ਸਾਰੇ ਪਾਰਟਸ ਯਾਦ ਰੱਖਣ ਵਾਲੇ ਆ। ਕਿਸੇ ਵੀ ਤਰੀਕੇ ਦੇ ਨਾਲ ਕੁਐਸਚਨ ਆ ਸਕਦਾ ਹੈਗਾ। ਕੁਐਸਚਨ ਪਾਉਣ ਵਾਲੇ ਤੇ ਡਿਪੈਂਡ ਕਰਦਾ ਹੈ ਉਹ ਕਿੱਦਾਂ ਦਾ ਕੁਐਸਚਨ ਪਾਉਂਦਾ ਹੈਗਾ। ਠੀਕ ਹੈ ਜੀ। ਨੈਕਸਟ ਸਟੂਡੈਂਟ ਗੱਲ ਕਰਦੇ ਆ ਅਗਰ, ਉਹ ਹੈਗਾ ਸਾਡਾ ਪਹਿਲਾ ਪਾਰਟ। ਹੁਣ ਜਿਹੜਾ ਡਿਟੇਲ ਚ ਆਪਾਂ ਕਰਨਾ ਹੈ ਉਹਨੂੰ ਦੇਖਣਾ ਤੁਸੀਂ ਸਾਰਿਆਂ ਨੇ, ਵੈਰੀ ਇੰਪੋਰਟੈਂਟ। ਪਹਿਲਾ ਹੈਗਾ ਕਿਰਿਆ। ਮੈਂ ਹੁਣੇ ਕਰਾ ਗਿਆ ਤੁਹਾਨੂੰ। ਕਿਰਿਆ ਕੀ ਹੁੰਦਾ? ਆਪਰੇਸ਼ਨ ਹੁੰਦਾ ਜਾਂ ਇਹਨੂੰ ਪ੍ਰੋਸੈਸ ਕਹਿੰਦੇ ਆ। ਇਹਦੇ ਅੱਗੇ ਜਿਹੜੇ ਪੰਜ ਪਾਰਟਸ ਹੈਗੇ ਆ ਉਹ ਆਪਾਂ ਸਾਰੇ ਕਰਨੇ ਆ। ਪਹਿਲਾ ਹੁੰਦਾ ਗਿਆਨ, ਕੋਗਨੀਸ਼ਨ, ਸਮ੍ਰਿਤੀ ਮੈਮਰੀ ਹੁੰਦੀ ਹੈ, ਇੱਕ ਵਿਦ ਚਿੰਤਨ ਕਨਵਰਜੈਂਟ ਪ੍ਰੋਡਕਸ਼ਨ, ਬਹੁਵਿਧ ਚਿੰਤਨ ਡਾਇਵਰਜੈਂਟ ਪ੍ਰੋਡਕਸ਼ਨ, ਇਵੈਲੂਏਸ਼ਨ ਮੁਲਾਂਕਣ। ਸਟੂਡੈਂਟ ਗਿਆਨ ਜਿਹਨੂੰ ਕੋਗਨੀਸ਼ਨ ਕਹਿੰਦੇ ਆ, ਇਹ ਤੁਸੀਂ ਯਾਦ ਕੀ ਰੱਖਣਾ? ਪਹਿਲੇ ਤੇ ਯਾਦ ਰੱਖਣੇ ਕਿ ਇਹ ਸਾਰੇ ਹੀ ਕਿਰਿਆਵਾਂ ਪ੍ਰੋਸੈਸ ਆਪਰੇਸ਼ਨ ਦਾ ਭਾਗ ਹਨ। ਗਿਆਨ, ਸਮ੍ਰਿਤੀ, ਇੱਕ ਵਿਦ ਚਿੰਤਨ, ਬਹੁਵਿਧ ਚਿੰਤਨ ਤੇ ਮੁਲਾਂਕਣ ਹੁੰਦੇ ਕੀ ਹੈ ਸਾਰੇ ਆਪਾਂ ਸਮਝਦੇ ਹਾਂ। ਪਹਿਲਾ ਹੁੰਦਾ ਕੋਗਨੀਸ਼ਨ। ਸਾਰਿਆਂ ਨੂੰ ਪਤਾ ਕੋਗਨੀਸ਼ਨ ਹੁੰਦਾ ਗਿਆਨ, ਨੌਲੇਜ ਕਿਸੇ ਚੀਜ਼ ਦਾ। ਇਸ ਦਾ ਅਰਥ ਹੈ ਬੋਧ ਜਾਂ ਗਿਆਨ, ਕਿਸੇ ਚੀਜ਼ ਨੂੰ ਸਮਝਣਾ, ਕਿਸੇ ਚੀਜ਼ ਨੂੰ ਸੋਚਣਾ, ਕਿਸੇ ਚੀਜ਼ ਨੂੰ ਸਮਝਣਾ ਹੀ ਕੋਗਨੀਸ਼ਨ ਹੁੰਦੀ ਹੈ। ਇਹ ਪਹਿਲਾ ਭਾਗ ਹੈਗਾ ਆਪਰੇਸ਼ਨ ਦਾ। ਦੂਸਰੀ ਆਂਦੀ ਮੈਮੋਰੀ। ਮੈਮੋਰੀ ਦਾ ਮਤਲਬ ਹੁੰਦਾ ਸਮ੍ਰਿਤੀ, ਕਿਸੇ ਚੀਜ਼ ਨੂੰ ਦਿਮਾਗ ਦੇ ਵਿੱਚ ਕਿੰਨੀ ਦੇਰ ਬੰਦਾ ਹੈਗਾ ਯਾਦ ਰੱਖ ਸਕਦਾ। ਇਸ ਤੋਂ ਭਾਵ ਜੋ ਗਿਆਨ ਪ੍ਰਾਪਤ ਹੁੰਦਾ ਬੱਚੇ ਨੂੰ ਜਾਂ ਕਿਸੇ ਵਿਅਕਤੀ ਨੂੰ, ਉਹ ਦਿਮਾਗ ਵਿੱਚ ਕਿੰਨੀ ਦੇਰ ਤੱਕ ਰਹਿੰਦਾ, ਡੈਟ ਇਜ਼ ਅ ਸਮ੍ਰਿਤੀ, ਮੈਮੋਰੀ। ਕਈ ਵਾਰ ਆਪਾਂ ਅਕਸਰ ਕਹਿ ਦਿੰਦੇ ਹਾਂ ਕਿ ਯਾਰ ਉਹਦੀ ਮੈਮੋਰੀ ਬੜੀ ਤੇਜ਼ ਹੈਗੀ ਹੈ। ਇਹਦਾ ਮਤਲਬ ਕਿ ਉਹ ਜ਼ਿਆਦਾ ਦੇਰ ਤੱਕ ਰਿਟੇਨ ਰੱਖਦਾ ਹੈਗਾ ਨੌਲੇਜ ਨੂੰ। ਫਿਰ ਗੱਲ ਕਰੀਏ ਕਨਵਰਜੈਂਟ ਤੇ ਡਾਈਵਰਜੈਂਟ। ਇਹ ਤੁਹਾਨੂੰ ਅਕਸਰ ਹੀ ਪੁਰਾਣੇ ਜਿੰਨੇ ਪ੍ਰੀਵੀਅਸ ਈਅਰ ਪੇਪਰ ਹੈਗੇ ਉਹਨਾਂ 'ਚ ਕਨਵਰਜੈਂਟ ਤੇ ਡਾਈਵਰਜੈਂਟ ਪ੍ਰੋਡਕਸ਼ਨ ਜਾਂ ਥਿੰਕਿੰਗ ਆਉਂਦੀ ਹੈ। ਮੈਂ ਦੋਵਾਂ 'ਚ ਦੱਸ ਦੇਣਾ। ਕਨਵਰਜੈਂਟ ਦਾ ਮਤਲਬ ਔਰ ਡਾਈਵਰਜੈਂਟ ਦਾ ਮਤਲਬ ਅਗਰ ਤੁਸੀਂ ਸਮਝ ਲੈਂਦੇ ਹੋ ਤਾਂ ਕਾਫੀ ਟੌਪਿਕਸ ਦੇ ਵਿੱਚ ਕੰਸੈਪਟ ਵਰਤਿਆ ਜਾ ਰਿਹਾ। ਕਿੱਦਾਂ ਵਰਤਿਆ ਜਾ ਰਿਹਾ ਹੈਗਾ? ਸਪੋਜ਼ ਕਰੋ ਅਗਰ ਸਟੂਡੈਂਟ ਨੂੰ ਆਪਾਂ ਕੋਈ ਮੁਸ਼ਕਿਲ ਦਿੰਦੇ ਆ ਤੇ ਉਹਦਾ ਇੱਕੋ ਹੱਲ ਦੱਸਦੇ, ਓਨਲੀ ਵਨ ਸੋਲੂਸ਼ਨ, ਜਾਂ ਬੱਚੇ ਦੇ ਦਿਮਾਗ 'ਚ ਅਗਰ ਕਿਸੇ ਮੁਸ਼ਕਿਲ ਦਾ ਇੱਕੋ ਹੀ ਹੱਲ ਆਂਦਾ ਹੈ, ਠੀਕ ਹੈ, ਅਗਰ ਕੋਈ ਪ੍ਰੋਬਲਮ ਹੈ, ਅਗਰ ਕੋਈ ਕੁਐਸਚਨ ਹੈ, ਅਗਰ ਉਸ ਬੱਚੇ ਕੋਲ ਓਨਲੀ ਵਨ ਹੀ ਆਂਸਰ ਹੁੰਦਾ, ਉਸ ਕੁਐਸਚਨ ਦਾ ਓਨਲੀ ਵਨ ਆਂਸਰ, ਤਾਂ ਉਹ ਹੁੰਦੀ ਕਨਵਰਜੈਂਟ ਥਿੰਕਿੰਗ। ਇਸ ਤੋਂ ਭਾਵ ਇਹ ਵੀ ਹੈਗਾ ਕਿ ਜੋ ਬੱਚੇ ਨੂੰ ਸਮਝਾਇਆ ਜਾਂਦਾ ਹੈ ਬੱਚਾ ਉਹੀ ਆਂਸਰ ਦਿੰਦਾ ਹੈ। ਔਰ ਡਾਈਵਰਜੈਂਟ ਦਾ ਮਤਲਬ ਹੁੰਦਾ ਹੈ ਕਈ ਸਟੂਡੈਂਟਸ ਦੀ ਨੌਲੇਜ, ਕਈ ਬੱਚਿਆਂ ਦੀ ਨੌਲੇਜ ਬੜੀ ਜ਼ਿਆਦਾ ਵਾਸਟ ਏਰੀਆ 'ਚ ਹੁੰਦੀ ਹੈ। ਉਹ ਕਿਸੇ ਮੁਸ਼ਕਿਲ ਦਾ, ਕਿਸੇ ਪਹੇਲੀ ਦਾ ਵੱਖ-ਵੱਖ ਤਰੀਕੇ ਨਾਲ ਹੱਲ ਕਰਦੇ ਆ। ਉਹਨਾਂ ਦਾ ਦਿਮਾਗ ਵੱਖਰੇ ਵੱਖਰੇ ਖੇਤਰ ਦੇ ਵਿੱਚ ਕਾਫੀ ਜ਼ਿਆਦਾ ਵਰਕ ਕਰਦਾ। ਉਸ ਨੂੰ ਕੀ ਕਹਿੰਦੇ ਹੈ? ਡਾਈਵਰਜੈਂਟ ਥਿੰਕਿੰਗ। ਕਨਵਰਜੈਂਟ ਦਾ ਮਤਲਬ ਹੁੰਦਾ ਕਿਸੇ ਮੁਸ਼ਕਿਲ ਦਾ ਇੱਕ ਹੀ ਹੱਲ। ਡਾਈਵਰਜੈਂਟ ਦਾ ਮਤਲਬ ਹੁੰਦਾ ਕਿਸੇ ਮੁਸ਼ਕਿਲ ਦੇ ਬਹੁਤ ਜ਼ਿਆਦਾ ਹੱਲ। ਬਹੁ ਚਿੰਤਨ ਵੀ ਕਹਿੰਦੇ ਆ, ਬਹੁ ਵਿਧੀ ਚਿੰਤਨ, ਜਾਂ ਇਸਨੂੰ ਬੋਲਦੇ ਇੱਕ ਵਿਧ ਚਿੰਤਨ। ਆ ਮੈਂ ਲਿਖਿਆ ਵੀ ਹੈਗਾ ਤੀਜੇ ਦਾ। ਕਨਵਰਜੈਂਟ ਹੈ ਬੱਚੇ ਨੂੰ ਜੋ ਵੀ ਸਿਖਾਇਆ ਜਾਂਦਾ ਹੈ ਉਹੀ ਹੀ ਸਿੱਖਦਾ ਹੈ, ਠੀਕ ਹੈ। ਔਰ ਬਹੁ ਵਿਧ ਚਿੰਤਨ ਦਾ ਮਤਲਬ ਹੈ ਭਿੰਨ ਭਿੰਨ ਦਿਸ਼ਾਵਾਂ ਵਿੱਚ ਸੋਚਦਾ ਹੈ, ਆਪਣੀ ਬੁੱਧੀ ਨੂੰ ਵੱਖਰੇ ਵੱਖਰੇ ਖੇਤਰ ਵਿੱਚ ਉਪਯੋਗ ਵੀ ਕਰਦਾ ਹੈ। ਫਿਰ ਸਟੂਡੈਂਟ ਗੱਲ ਕਰੀਏ ਮੁਲਾਂਕਣ, ਜਿਹਨੂੰ ਇਵੈਲੂਏਸ਼ਨ ਕਹਿੰਦੇ ਆ। ਜੋ ਵੀ ਸਿੱਖਿਆ ਹੁੰਦਾ ਹੈ ਉਸਦਾ ਸਿੱਟਾ ਕੱਢਣਾ ਸਿੱਖ ਲੈਂਦਾ ਹੈ। ਇਹ ਵੀ ਗੱਲ ਹੈਗੀ ਹੈ ਕਿ ਬੱਚਾ ਸਿੱਖਦਾ ਹੈ, ਉਹਨੂੰ ਇਵੈਲੂਏਟ ਵੀ ਕਰਦਾ ਹੈ, ਉਹਦਾ ਸਿੱਟਾ, ਉਹਦਾ ਨਿਚੋੜ ਕੱਢਦਾ ਹੈ। ਨਿਚੋੜ ਕੱਢਦਾ ਹੈ ਕਿ ਮੈਂ ਸਿੱਖਿਆ ਕੀ ਸਿੱਖਿਆ, ਇਹ ਮੇਰੇ ਲਈ ਚੰਗਾ ਮਾੜਾ ਹੈਗਾ, ਜਾਂ ਕਿਸੇ ਮੁਸ਼ਕਿਲ ਦਾ ਹੱਲ ਜਿਹੜਾ ਹੈਗਾ ਉਹਦਾ ਸਿੱਟਾ ਕੱਢਦਾ ਹੈਗਾ। ਨੈਕਸਟ ਸਟੂਡੈਂਟ ਗੱਲ ਕਰੀਏ, ਦੂਸਰਾ ਪਾਰਟ ਹੈ ਸੈਕਿੰਡ ਭਾਗ। ਦੇਖਿਆ ਜਾਏ ਦੂਜਾ ਕੰਪੋਨੈਂਟ ਹੈ ਜਿਹਨੂੰ ਕਹਿੰਦੇ ਮਟੀਰੀਅਲ ਜਾਂ ਕੰਟੈਂਟ, ਪੰਜਾਬੀ ਚ ਕਹਿੰਦੇ ਆ ਸਮੱਗਰੀ ਜਾਂ
ਵਿਸ਼ਾ ਵਸਤੂ ਪੇਪਰ 'ਚ ਆ ਸਕਦਾ ਤੁਹਾਨੂੰ। ਇਹਦੇ 4 ਭਾਗ ਐਕਸਪਲੇਨ ਕਰਦੇ ਹਾਂ ਆਪਾਂ, ਕਿਹੜੇ-ਕਿਹੜੇ ਹੈਗੇ ਆ, ਫਿਗਰਲ ਕੰਟੈਂਟ, ਸਿੰਬੋਲਿਕ ਕੰਟੈਂਟ, ਸਿਮੈਂਟਿਕ ਤੇ ਬਿਹੇਵੀਅਰਲ। ਸਟੂਡੈਂਟ ਜਿਹੜੀ ਫਿਗਰ ਹੈਗੀ ਆ ਉੱਪਰ ਦੇਖ ਲਿਓ, ਆਹ ਵਾਲਾ 5 ਭਾਗ ਹੈ, ਆਪਾਂ 4 ਐਕਸਪਲੇਨ ਕਰ ਦਿੰਨੇ ਆ, ਠੀਕ ਹੈ। ਦੇਖੋ ਕਿੱਦਾਂ, ਮਟੀਰੀਅਲ ਕੰਟੈਂਟ ਦੇ ਵਿੱਚ ਆਉਂਦਾ ਫਿਗਰਲ ਕੰਟੈਂਟ, ਮਤਲਬ ਆਕ੍ਰਿਤਿਕ ਵਿਸ਼ਾ ਵਸਤੂ। ਸਿੰਬੋਲਿਕ, ਸਿੰਬਲ ਜਿਹਨੂੰ ਕਹਿੰਦੇ ਆ, ਪ੍ਰਤੀਕਾਤਮਿਕ ਵਿਸ਼ਾ ਵਸਤੂ। ਸਿਮੈਂਟਿਕ ਦਾ ਮਤਲਬ ਹੁੰਦਾ ਸ਼ਬਦਾਰਥਿਕ, ਸ਼ਬਦਾਂ ਦੇ ਉੱਪਰ। ਬਿਹੇਵੀਅਰਲ ਹੁੰਦਾ ਵਿਵਹਾਰਾਤਮਿਕ, ਮਤਲਬ ਐਟੀਟਿਊਡਲ ਕਹਿ ਸਕਦੇ ਆ, ਵਿਵਹਾਰ ਕਿੱਦਾਂ ਦਾ ਬੰਦੇ ਦਾ। ਪਹਿਲੇ ਕਰਦੇ ਹਾਂ ਫਿਗਰਲ ਕੰਟੈਂਟ। ਇਹ ਗਿਆਨ ਇੰਦਰੀਆਂ ਦੁਆਰਾ ਸਮਝੀ ਜਾਂਦੀ ਹੈ, ਮਤਲਬ ਬੱਚੇ ਨੂੰ ਕੋਈ ਵੀ ਚੀਜ਼ ਸਮਝਾਈ ਜਾਂਦੀ ਹੈ ਸਿੰਬਲ ਤੇ, ਜਿਸ ਤਰ੍ਹਾਂ ਰੈੱਡ, ਗ੍ਰੀਨ ਤੇ ਯੈਲੋ। ਇਹ ਤੁਸੀਂ ਸਿਗਨਲ ਦੇਖੇ ਹੋਣਗੇ ਲਾਈਟਸ ਦੇ, ਬੱਚੇ ਨੂੰ ਸਮਝਾਇਆ ਜਾਂਦਾ ਰੈੱਡ ਹੋ ਜਾਏਗਾ ਤੇ ਠੀਕ ਹੈ ਰੁਕਣਾ ਹੈਗਾ, ਯੈਲੋ ਰੈਡੀ ਰਹਿਣਾ, ਗ੍ਰੀਨ ਲਈ ਮਤਲਬ ਚੱਲਣਾ ਹੈਗਾ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਬੱਚਿਆਂ ਨੂੰ ਸਿੰਬਲਸ ਦੇ ਨਾਲ, ਉਹਨਾਂ ਦੀ ਗਿਆਨ ਇੰਦਰੀਆਂ ਦੀ ਹੈਲਪ ਦੇ ਨਾਲ ਸਮਝਾਈ ਜਾਂਦੀਆਂ ਹਨ, ਇਹਨੂੰ ਕਹਿੰਦੇ ਫਿਗਰਲ। ਫਿਰ ਆਉਂਦਾ ਸਿੰਬੋਲਿਕ, ਸਿੰਬਲ ਚਿੰਨ੍ਹ ਦਿਖਾ ਕੇ, ਕਿਸੇ ਚੀਜ਼ ਦਾ ਚਿੰਨ੍ਹ ਦਿਖਾ ਕੇ, ਕੁਐਸਚਨ ਮਾਰਕ ਦਿਖਾ ਕੇ, ਕਿਸੇ ਦੀ ਫੋਟੋ ਦਿਖਾ ਕੇ, ਕਿਸੇ ਹੱਸਦੇ, ਕਿਸੇ ਕੈਟ ਦੀ ਫੋਟੋ ਦਿਖਾ ਕੇ, ਕੋਈ ਵੀ ਚੀਜ਼ ਜਿਹੜੀ ਹੈਗੀ ਹੈ ਉਹ ਤੁਸੀਂ ਮਤਲਬ ਸਿੰਬਲਸ ਦੇ ਵਿੱਚ ਦੱਸ ਸਕਦੇ ਹੋ। ਇਸ ਵਿੱਚ ਚਿੰਨ੍ਹਾਂ ਦੇ ਰਾਹੀਂ ਸਮਝੀ ਜਾਣ ਵਾਲੀ ਵਿਵਸਥਾ ਹੁੰਦੀ ਹੈ, ਜਿਵੇਂ ਵਰਣਮਾਲਾ, ਠੀਕ ਹੈ ਜੀ। ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ, ਮਤਲਬ ABC ਕਾ ਖਾ ਖਾ ਦੀ ਜਿਹੜੀ ਵਰਣਮਾਲਾ ਪੁਸਤਕਾਂ ਲੱਗੀਆਂ ਹੁੰਦੀਆਂ ਬੱਚਿਆਂ ਨੂੰ, ਉਹ ਆਉਂਦਾ ਇਹਦੇ 'ਚ। ਫਿਰ ਆਉਂਦਾ ਸ਼ਬਦਾਰਥਿਕ ਵਿਸ਼ਾ ਵਸਤੂ, ਜਿਹਨੂੰ ਸਿਮੈਂਟਿਕ ਕੰਟੈਂਟ ਕਹਿੰਦੇ ਆ। ਇਹ ਸ਼ਬਦੀ ਅਰਥਾਂ ਜਾਂ ਵਿਚਾਰਾਂ ਦੇ ਰੂਪ ਵਿੱਚ ਹੁੰਦੀ ਹੈ, ਠੀਕ ਹੈ। ਵਿਚਾਰ, ਤੁਹਾਡੇ ਥਾਟ ਜਾਂ ਵਰਡਸ, ਸ਼ਬਦ ਜਿਹੜੇ ਹੈਗੇ ਆ, ਤੇ ਉਹਦੇ ਨਾਲ ਰਿਲੇਟਡ ਹੈ। ਚੌਥੀ ਹੈਗੀ ਹੈ ਬਿਹੇਵੀਅਰ। ਇਸ ਦਾ ਸੰਬੰਧ ਸਮਾਜਿਕ ਬੁੱਧੀ ਅਤੇ ਗਿਆਨ ਦੇ ਨਾਲ ਸਮਝਣਾ ਹੈ, ਮਤਲਬ ਸਮਾਜ ਵਿੱਚ ਵਿਚਰ ਕੇ ਚੀਜ਼ ਨੂੰ ਸਮਝਣਾ ਹੈਗਾ। ਸਪੋਜ਼ ਕਰ ਬੱਚਿਆਂ ਨੂੰ ਮਤਲਬ ਇਕੱਠੇ ਕਲਾਸ ਦੇ ਵਿੱਚ ਖੜੇ ਹੋ ਕੇ ਪੜ੍ਹਾਇਆ ਜਾਂਦਾ, 1 2 ਜਾਂ 2, ਠੀਕ ਹੈ, 2 2 ਜਾਂ 4, ਮਤਲਬ ਸਮਾਜ ਦੇ ਵਿੱਚ ਸਿੱਖਣਾ ਹੈਗਾ। ਆਪਣੇ ਬਿਹੇਵੀਅਰ ਨੂੰ ਦੂਸਰੇ ਨਾਲ ਮਤਲਬ ਕਿ ਮਿਕਸ ਅਪ ਹੋ ਕੇ ਜਿਹੜਾ ਸਿੱਖਿਆ ਜਾਂਦਾ ਹੈਗਾ, ਉਹ ਇਹਦੇ ਚ ਆਉਂਦਾ ਹੈਗਾ। ਫਿਰ ਗੱਲ ਕਰੀਏ ਅੱਗੇ ਉਤਪਾਦਨ ਦੀ। ਪ੍ਰੋਡਕਟ ਆਉਂਦਾ, ਉਤਪਾਦ ਆਉਂਦਾ, ਇਹਦੇ ਵਿੱਚ 6 ਹੈਗੇ ਪਾਰਟ। ਕਿਹੜੇ? ਯੂਨਿਟ ਇਕਾਈ, ਕਲਾਸਿਸ ਵਰਗ, ਰਿਲੇਸ਼ਨ ਸੰਬੰਧ, ਸਿਸਟਮਸ ਸੰਗਠਨ, ਟਰਾਂਸਫੋਰਮੇਸ਼ਨ ਪਰਿਵਰਤਨ ਤੇ ਇੰਪਲੀਕੇਸ਼ਨ ਲਾਗੂ ਕਰਨਾ। ਸਟੂਡੈਂਟ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੋਟ ਕਰ ਲਿਓ। ਯੂਨਿਟ क्या ਹੁੰਦਾ? ਇਕਾਈ। ਟੂ ਗ੍ਰਾਸਪ ਸੈਂਸਰੀ ਪਰਸੈਪਸ਼ਨ ਟੂ देयर यूनिकनेस, ਆਪਣੀ ਸਮਝ ਦੇ ਰਾਹੀਂ ਵਸਤੂ ਨੂੰ ਸਿੱਖਣਾ। ਇਕਾਈ ਜਾਂ ਯੂਨਿਟ, ਇਹਦਾ ਮਤਲਬ ਹੁੰਦਾ ਹੈ ਕਿ ਆਪਣੀਆਂ ਜਿਹੜੀਆਂ ਗਿਆਨ ਇੰਦਰੀਆਂ ਹੁੰਦੀਆਂ, ਅੱਖਾਂ, ਨੱਕ, ਕੰਨ, ਇਹਨਾਂ ਦੀ ਹੈਲਪ ਦੇ ਨਾਲ ਜਦੋਂ ਆਪਾਂ ਚੀਜ਼ਾਂ ਨੂੰ ਸਮਝਦੇ ਹਾਂ, ਉਹਨੂੰ ਯੂਨਿਟਸ ਕਹਿੰਦੇ ਹੈਗੇ ਆ। ਕਲਾਸ ਵਰਗ ਕੀ ਹੁੰਦਾ? ਸ਼ਬਦ ਜਾਂ ਵਿਚਾਰਾਂ ਵਿੱਚ ਵਰਗੀਕ੍ਰਿਤ ਕਰਨ ਦੀ ਯੋਗਤਾ, ਭਾਵ ਸਮਝ ਨਾਲ ਵਿਚਾਰਾਂ ਨੂੰ ਵਰਗੀਕ੍ਰਿਤ ਕਰਨਾ। ਇਹਦੇ ਵਿੱਚ ਸ਼ਬਦ ਤੇ ਵਿਚਾਰ ਲਏ ਜਾਂਦੇ ਹਨ ਸਮਝਣ ਦੇ ਲਈ, ਉਹਨੂੰ ਵਰਗੀਕ੍ਰਿਤ ਕਰਕੇ ਚੀਜ਼ ਨੂੰ ਸਮਝਿਆ ਜਾਂਦਾ ਹੈਗਾ। ਫਿਰ ਆਉਂਦਾ ਰਿਲੇਸ਼ਨ ਸੰਬੰਧ, ਵਸਤੂਆਂ ਦੇ ਆਕਾਰ ਨੂੰ ਸਮਝਣ ਦੀ ਯੋਗਤਾ ਅਤੇ ਉਹਨਾਂ ਦੇ ਕਿਸੇ ਨਾਲ ਤਾਲਮੇਲ ਬਣਾਉਣ, ਬਲੱਡ ਰਿਲੇਸ਼ਨ ਦੇ ਸਵਾਲ ਆਦਿ। ਇਹਦੇ ਵਿੱਚ ਮਤਲਬ ਕੀ ਹੁੰਦਾ ਕਿ ਜਿੱਦਾਂ ਤੁਸੀਂ ਦੇਖਿਆ ਹੋਣਾ ਐਗਜ਼ਾਮਸ, SSC ਦਾ ਐਗਜ਼ਾਮ ਹੁੰਦਾ, ਕਿਸੇ ਵੀ ਚੀਜ਼ ਦਾ ਐਗਜ਼ਾਮ ਹੁੰਦਾ, ਉਹ 'ਚ ਨਾ ਬਲੱਡ ਰਿਲੇਸ਼ਨ ਦੇ ਕੁਐਸਚਨ ਆਏ ਹੁੰਦੇ ਆ, ਠੀਕ ਹੈ। ਮਤਲਬ ਪਰਿਵਾਰ ਦੇ ਸੰਬੰਧ ਦੱਸੇ ਹੁੰਦੇ ਕਿ ਉਹ ਤਾਏ ਦੇ ਬੇਟੇ ਦਾ ਬੇਟਾ ਹੈ, ਇਦਾਂ ਦੇ ਕੁਐਸਚਨ ਆਉਂਦੇ ਹੈਗੇ ਆ ਬਲੱਡ ਰਿਲੇਸ਼ਨ ਦੇ, ਉਹ ਵੀ ਇਹਦੇ ਵਿੱਚ ਆਉਂਦਾ ਹੈਗਾ ਉਤਪਾਦਨ। ਸੰਗਠਨ ਹੁੰਦਾ ਸਿਸਟਮ, ਮੁਸ਼ਕਿਲ ਵਾਲੀ ਚੀਜ਼ ਨੂੰ ਆਈਡੀਆ ਰਾਹੀਂ ਹੱਲ ਕਰਨਾ, ਮਤਲਬ ਇੱਕ ਆਈਡੀਆ ਬਣਾ ਕੇ, ਇੱਕ ਵਿਚਾਰ, ਇੱਕ ਦਿਮਾਗ 'ਚ ਸੋਚ ਸਮਝ ਬਣਾ ਕੇ ਜਿਹੜਾ ਹੱਲ ਕਰਨਾ ਆਪਣਾ ਕਿਸੇ ਮੁਸ਼ਕਿਲ ਦਾ, ਡੈਟ ਇਜ਼ ਸਿਸਟਮ, ਸੰਗਠਨ। ਪਰਿਵਰਤਨ ਦਾ ਮਤਲਬ ਹੁੰਦਾ ਟਰਾਂਸਫੋਰਮੇਸ਼ਨ, ਕੁਝ ਮੁਸ਼ਕਿਲਾਂ ਨੂੰ ਪਰਿਵਰਤਨ ਰਾਹੀਂ ਹੱਲ ਕਰਨਾ। ਸਮਝ ਆ ਗਈ? ਟਰਾਂਸਫੋਰਮ ਚੀਜ਼ ਦਾ ਤੁਸੀਂ ਪੜ੍ਹਿਆ ਹੋਣਾ, ਟਰਾਂਸਫੋਰਮੇਸ਼ਨ ਕੀ ਹੁੰਦਾ? ਇੱਕ ਚੀਜ਼ ਤੋਂ ਦੂਸਰੀ ਚੀਜ਼ ਦੇ ਵਿੱਚ ਪਰਿਵਰਤਨ ਕਰਕੇ ਹੱਲ ਕੱਢਣਾ, ਉਸ ਨੂੰ ਕੀ ਕਹਿੰਦੇ ਆ? ਟਰਾਂਸਫੋਰਮੇਸ਼ਨ। ਇਹ ਵੀ ਉਤਪਾਦ ਦਾ ਹਿੱਸਾ ਹੈਗਾ।
ਲਾਸਟ ਵਿੱਚ ਆਉਂਦਾ ਲਾਗੂ ਕਰਨਾ, ਇੰਪਲੀਕੇਸ਼ਨ। ਜਾਣਕਾਰੀ ਜਿਹੜੀ ਬੱਚੇ ਨੂੰ ਹੁੰਦੀ ਹੈ, ਜਿਹੜੀ ਉਹਨੇ ਸਿੱਖਿਆ ਹੁੰਦਾ, ਉਹਨੂੰ ਆਪਣੀ ਯੋਗਤਾ ਦੇ ਹਿਸਾਬ ਨਾਲ ਵੱਖ-ਵੱਖ ਖੇਤਰਾਂ ਦੇ ਵਿੱਚ ਲਾਗੂ ਕਰਨਾ। ਇਹ ਸੀ ਸਾਡਾ ਬੱਚੇ ਗਿਲਫਰਡ ਦਾ ਮਾਡਲ। ਔਰ ਹੁਣ ਆਪਾਂ ਕਰਦੇ ਹਾਂ ਇਹਦੇ ਇੰਪੋਰਟੈਂਟ ਕੁਝ ਕੁਐਸਚਨ। ਸਭ ਤੋਂ ਪਹਿਲਾਂ ਤੇ ਮੈਂ ਤੁਹਾਨੂੰ ਇੱਕ ਗੱਲ ਦੱਸੀ ਹੈਗੀ ਵੀ ਇਹਦਾ ਇੱਕ ਕੁਐਸਚਨ ਆਉਂਦਾ ਹੈਗਾ, ਇਸ ਮਾਡਲ ਨੂੰ ਕੀ ਕਿਹਾ ਜਾਂਦਾ ਹੋਗਾ, ਉਹ 3D 3 ਡਾਇਮੈਂਸ਼ਨਲ ਮਾਡਲ ਕਿਹਾ ਜਾਂਦਾ ਹੈ। ਇੰਪੋਰਟੈਂਟ ਕੁਐਸਚਨ ਹੈ, पेपर च आ गया था। गिलफर्ड मॉडल किस पे आधारित है? वो आंसर है स्टूडेंट केड़ा मॉडल है, डेट इज 3D मॉडल। ठीक है, 3 डायमेंशनल, क्योंकि ये जेड़ा मॉडल होंदा है क्यूब टाइप है। ठीक है दा इस थ्योरी विच किन्ने मुख्य कंपोनेंट, इथे कंपोनेंट लिखा है, एक्चुअली कंपोनेंट है, हिस्से ਹਨ ਉਹ ਹੈਗੇ 3। ਜੇਕਰ ਕਿਸੇ ਵੀ ਮੁਸ਼ਕਿਲ ਸਵਾਲ ਦੇ ਬੱਚੇ ਦਾ ਦਿਮਾਗ ਵਿੱਚ ਕਈ ਹੱਲ ਦਿਖਾਈ ਦਿੰਦੇ ਹਨ ਤੇ ਇਹਨਾਂ ਨੂੰ ਕੀ ਕਿਹਾ ਜਾਂਦਾ ਹੈ। ਮੈਂ ਅੱਗੇ ਵੀ ਦੱਸਿਆ, ਅਗਰ ਦਿਮਾਗ ਵਿੱਚ ਕਿੰਨੇ ਹੱਲ ਆਉਂਦੇ ਹੈ, ਕਈ ਜ਼ਿਆਦਾ ਹੱਲ ਬੱਚੇ ਦੇ, ਇੱਕ ਤੋਂ ਜ਼ਿਆਦਾ ਹੱਲ ਆ ਜਾਂਦੀ ਹੈ, ਸੋਲੂਸ਼ਨ ਆ ਜਾਂਦੇ ਹਨ, ਇਹਨੂੰ ਕਹਿੰਦੇ ਆ ਡਾਈਵਰਜੈਂਟ ਥਿੰਕਿੰਗ। ਅਕਸਰ ਜਿਹੜੇ ਬੱਚੇ ਜਿਹੜੇ ਜ਼ਿੰਦਗੀ ਦੇ ਵਿੱਚ ਵਧੀਆ ਰਹਿੰਦੇ ਹੈਗੇ, ਉਹਨਾਂ ਦੀ ਥਿੰਕਿੰਗ ਡਾਈਵਰਜੈਂਟ ਹੀ ਹੁੰਦੀ ਹੈ। ਕਿਸੇ ਪ੍ਰਸ਼ਨ ਦਾ ਬੱਚੇ ਦੇ ਦਿਮਾਗ ਵਿੱਚ ਇੱਕ ਹੀ ਹੱਲ ਆਉਂਦਾ ਹੈ ਤਾਂ ਇਸ ਨੂੰ ਕਹਿੰਦੇ ਕਨਵਰਜੈਂਟ ਥਿੰਕਿੰਗ। ਅਗਰ ਕਿਸੇ ਮੁਸ਼ਕਿਲ ਦਾ ਬੱਚੇ ਦੇ ਦਿਮਾਗ ਦੇ ਵਿੱਚ ਇੱਕ ਹੀ ਹੱਲ ਆਉਂਦਾ ਹੈ, ਇਸ ਨੂੰ ਕੀ ਕਿਹਾ ਜਾਂਦਾ ਹੈ स्टूडेंट, कन्वर्जेंट थिंकिंग। ओके स्टूडेंट, अगर वीडियो अच्छी लगी है इन्हें शेयर करना, लाइक कमेंट जरूर करियो। ठीक है, और ਇਹ ਨਾਲ ਦੀਆਂ ਹੀ ਵੀਡੀਓਜ਼ ਆਪਾਂ ਲੈ ਕੇ ਆਵਾਂਗੇ। ਔਰ ਸਟੱਡੀ ਹੱਬ ਬਾਏ BS ਠਾਕੁਰ ਸਰ ਦੀ ਕਲਾਸ ਜਿਹੜੀ ਹੈਗੀ ਹੈ, ਉਹ ਨੈਕਸਟ ਵੀਡੀਓ ਸਾਈਕੋਲੋਜੀ ਦੀ, ਪੈਡਾਗੋਗੀ ਦੀ, ਹਿਸਟਰੀ ਦੀ, ਮੈਥਸ ਦੀ ਜਿਹੜੀ ਹੈਗੀ ਹੈ, ਉਹ ਲੈ ਕੇ ਆਪਾਂ ਨੈਕਸਟ ਹਾਜ਼ਰ ਹੁੰਦੇ ਹਾਂ। ਥੈਂਕ ਯੂ।